ਪੰਛੀਆਂ ਦੀ ਮਜਲਿਸ। ਮੰਗਲਾਚਰਨ। ਸਿਫਤ ਉਸ ਅਕਾਲ ਪੁਰਖ ਦੀ ਜਿਸ ਨੇ ਪਾਣੀਆਂ ਉੱਤੇ ਆਪਣਾ ਸਿੰਘਾਸਨ ਲਗਾਇਆ ਤੇ ਸਮੁੱਚੇ ਜਗਤ ਦਾ ਨਿਰਮਾਣ ਕੀਤਾ। ਸਵਰਗਾਂ ਨੂੰ ਜਿਸ ਨੇ ਪ੍ਰਭੂਤਾ ਦਿੱਤੀ ਤੇ ਧਰਤੀ ਨੂੰ ਨਿਰਭਰਤਾ। ਸਵਰਗਾਂ ਨੂੰ ਗਤੀ ਤੇ ਧਰਤੀ ਨੂੰ ਸੈਨਾ। ਆਕਾਸ਼ ਨੂੰ ਜਿਸ ਨੇ ਧਰਤੀ ਦੀ ਛੱਤ ਬਣਾਇਆ ਤੇ ਅਚਰਜਤਾ ਇਹ ਕਿ ਇਹ ਛੱਤ ਬਿਨਾਂ ਥੰਮਾਂ ਤੋਂ ਟਿਕਾਈ। 6 ਦਿਨਾਂ ਵਿੱਚ ਉਸਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ 2 ਸ਼ਬਦਾਂ ਨਾਲ ਸਵਰਗ ਦੇ ਖੂਬਸੂਰਤ ਗੁੰਬਦ ਬਣਾ ਦਿੱਤੇ। ਸ਼ੁਰੂਆਤ ਵਿੱਚ ਉਸਨੇ ਤਾਰਿਆਂ ਨੂੰ ਚਾਂਦੀ ਦਾ ਮੁਲੰਮਾ ਚਾੜ੍ਹਿਆ ਤਾਂ ਕਿ ਰਾਤਾਂ ਨੂੰ ਉਹਨਾਂ ਦੇ ਦੁਧੀਆ ਚਾਨਣ ਵਿੱਚ ਸਵਰਗੀ ਕਲੋਲਾਂ ਹੋ ਸਕਣ। ਸਾਰੀਆਂ ਸਿਫਤਾਂ ਦਾ ਮਾਲਕ ਉਹ ਜਿਸ ਨੇ ਧੂੜ ਨੂੰ ਆਤਮਾ ਬਖਸ਼ੀ ਤਾਂ ਕਿ ਇਹ ਜਿੰਦਾ ਸ਼ੈਆਂ ਵਾਂਗ ਚੱਲ ਫਿਰ ਸਕੇ। ਮੁਖਤਲਿਫ ਸ਼ੈਆਂ ਤੋਂ ਉਸਨੇ ਮਨੁੱਖੀ ਸਰੀਰ ਰੂਪੀ ਤਾਣਾ ਬੁਣਿਆ ਤੇ ਫਿਰ ਇਸ ਮਿੱਟੀ ਦੇ ਕਲਬੂਤ ਵਿੱਚ ਪੰਛੀ ਰੂਪੀ ਸਾਹ ਫੂਕੇ। ਮੁੜ ਉਸਨੇ ਸਮੁੰਦਰੀ ਪਾਣੀਆਂ ਦੀ ਦਾਸਤਾਨ ਲਿਖੀ ਤੇ ਪਹਾੜਾਂ ਦੀਆਂ ਚੋਟੀਆਂ ਨੂੰ ਆਪਣੇ ਪਿਆਰ ਵਰਗੀ ਠੰਡੀ ਬਰਫ਼ ਨਾਲ ਢਕਿਆ। ਉਸਨੇ ਸਮੁੰਦਰਾਂ ਨੂੰ ਮੌਨ ਕੀਤਾ, ਉਹਨਾਂ ਦੇ ਪੱਥਰਾਂ ਤੋਂ ਰਤਨ ਜਵਾਹਰ ਬਣਾਏ ਤੇ ਖੂਨ ਤੋਂ ਕਸਤੂਰੀ। ਪਹਾੜਾਂ ਨੂੰ ਉਸਨੇ ਕਟਾਰਾਂ ਵਰਗੀਆਂ ਚੋਟੀਆਂ ਦਿੱਤੀਆਂ ਤੇ ਉਹਨਾਂ ਨੂੰ ਵਾਦੀਆਂ ਦੇ ਕਮਰਬੰਦ ਪਹਿਨਾਏ ਤਾਂ ਜੋ ਉਹ ਆਪਣੇ ਸਿਰ ਮਾਣ ਨਾਲ ਉੱਚੇ ਚੁੱਕ ਸਕਣ। ਕਦੇ ਕਦੇ ਉਹ ਬਹਾਰ ਵਿੱਚ ਗੁਲਾਬਾਂ ਦੇ ਗੁੱਛਿਆਂ ਨੂੰ ਅੱਗ ਦੀ ਸ਼ਕਲ ਦੇ ਦਿੰਦਾ ਹੈ। ਕਦੇ ਕਦੇ ਪਾਣੀਆਂ ਦੇ ਚਿਹਰਿਆਂ ਤੇ ਤੀਰਥਾਂ ਵਰਗੇ ਪੁੱਲ ਟਿਕਾ ਦਿੰਦਾ ਹੈ। ਉਸਨੇ ਹੀ ਨਮਰੂਦ ਬਾਦਸ਼ਾਹ ਦੇ ਦਿਮਾਗ ਵਿੱਚ ਮੱਛਰਾਂ ਦੇ ਡੰਗ ਮਰਵਾਏ ਜਿਸ ਨਾਲ ਉਹ ਸੈਂਕੜੇ ਸਾਲ ਤੜਪਦਾ ਰਿਹਾ। ਮਾਨਵੀ ਉਚਾਈਆਂ ਦੀ ਰੱਖਿਆ ਲਈ ਉਸ ਦੀ ਸਿਆਣਪ ਨੇ ਹੀ ਮੱਕੜੀਆਂ ਨੂੰ ਜਾਲ ਬੁਣਨੇ ਸਿਖਾਏ। ਉਸਨੇ ਹੀ ਕੀੜੀਆਂ ਦੇ ਲੱਕ ਨਿਚੋੜ ਕੇ ਕੇਸਾਂ ਵਰਗੇ ਬਣਾਏ ਤੇ ਉਹ ਸੁਲੇਮਾਨ ਤੇ ਸਾਥੀ ਬਣੇ। ਜਦੋਂ ਉਸਨੇ ਕੁਦਰਤ ਰੂਪੀ ਗਲੀਚੇ ਵਿੱਚ ਦਾਗ ਦੇਖੇ ਤਾਂ ਕਮਾਲ ਦੀ ਕਲਾਕਾਰੀ ਨਾਲ ਇਹਨਾਂ ਨੂੰ ਧੋਇਆ। ਟਿਊਲਿਪ ਦੇ ਰੰਗ ਨਾਲ ਉਸਨੇ ਕਿਰਪਾਨ ਰੱਤੀ ਤੇ ਭਾਫ ਤੋਂ ਨੀਲ ਕਮਲਾਂ ਦੀ ਸੇਜ ਵਿਛਾਈ। ਧਰਤੀ ਰੂਪੀ ਪਿੰਡ ਨੂੰ ਉਸਨੇ ਆਪਣਾ ਲਹੂ ਦਿੱਤਾ ਤਾਂ ਜੋ ਇਸ ਵਿੱਚੋਂ ਲਾਲ ਜਵਾਹਰ ਮਾਣਕ ਨਿਕਲ ਸਕਣ। ਸੂਰਜ ਤੇ ਚੰਦ ਇੱਕ ਦਿਨ ਤੇ ਦੂਜਾ ਰਾਤ ਉਸਦੇ ਪ੍ਰੇਮ ਵਿੱਚ ਰੱਤੇ ਹੋਏ ਸ਼ਰਧਾ ਨਾਲ ਝੁਕਦੇ ਹਨ ਤੇ ਉਹਨਾਂ ਦੀ ਇਹੀ ਇਬਾਦਤ ਉਹਨਾਂ ਨੂੰ ਚਲਾਇਮਾਨ ਰੱਖਦੀ ਹੈ। ਇਹ ਅਕਾਲ ਪੁਰਖ ਹੀ ਹੈ ਜਿਸ ਨੇ ਦਿਨ ਦੂਧੀਆ ਚਾਨਣਾਂ ਨਾਲ ਭਰ ਦਿੱਤੇ ਤੇ ਇਹ ਤੈਅ ਕੀਤਾ ਕਿ ਰਾਤਾਂ ਕਾਲੀਆਂ ਹੋਣਗੀਆਂ। ਤੋਤੇ ਨੂੰ ਉਸਨੇ ਸੁਨਹਿਰੀ ਪਟਾ ਬਖਸ਼ਿਆ ਤੇ ਹੁਦਹੁਦ ਨੂੰ ਰਸਤਿਆਂ ਦਾ ਸੰਦੇਸ਼ਵਾਹਕ ਬਣਾਇਆ। ਆਕਾਸ਼ਾਂ ਨੂੰ ਉਸਨੇ ਗਰਜਨਾ ਦਿੱਤੀ ਜਿਵੇਂ ਕੋਈ ਆਪਣੇ ਹਥੌੜੇ ਵਰਗੇ ਸਿਰ ਨਾਲ ਜ਼ੋਰ ਜ਼ੋਰ ਦੀ ਦਰਵਾਜ਼ੇ ਖੜਕਾ ਰਿਹਾ ਹੋਵੇ। ਜਿਵੇਂ ਪੰਛੀ ਉੱਡਦੇ ਹੋਏ ਆਪਸ ਵਿੱਚ ਆਪਣੇ ਖੰਭ ਫੜਫੜਾਉਂਦੇ ਹਨ, ਪਰਮਾਤਮਾ ਨੇ ਆਕਾਸ਼ਾਂ ਨੂੰ ਪਰਿਕਰਮਾ ਦੀ ਦਾਤ ਵੀ ਬਖਸ਼ੀ। ਰਾਤ ਦੇ ਮਗਰ ਦਿਨ ਤੇ ਦਿਨ ਦੇ ਮਗਰ ਰਾਤ। ਚੀਕਣੀ ਮਿੱਟੀ ਵਿੱਚ ਜਦੋਂ ਉਸਨੇ ਸਾਹ ਭਰੇ ਤਾਂ ਮਨੁੱਖ ਦੀ ਰਚਨਾ ਹੋਈ ਤੇ ਥੋੜ੍ਹੀ ਜਿਹੀ ਭਾਫ਼ ਤੋਂ ਉਸਨੇ ਸੰਸਾਰ ਦੇ ਕਿੰਨੇ ਰੂਪ ਬਣਾਏ। ਕਦੇ ਕਦੇ ਉਹ ਕੁੱਤੇ ਯਾਤਰੀਆਂ ਦੇ ਅੱਗੇ ਤੋਰਦਾ ਹੈ ਤੇ ਕਦੇ ਕਦੇ ਬਿੱਲੀਆਂ ਨੂੰ ਰਾਹ ਦਸੇਰੀਆਂ ਬਣਾਉਂਦਾ ਹੈ। ਕਦੇ ਕਦੇ ਉਹ ਸੁਲੇਮਾਨ ਦੀਆਂ ਸ਼ਕਤੀਆਂ ਇੱਕ ਛੜੀ ਨੂੰ ਦੇ ਦਿੰਦਾ ਹੈ ਤੇ ਕਦੇ ਕਦੇ ਉੱਤਮ ਬੋਲੀ ਬਖਸ਼ ਦਿੰਦਾ ਹੈ ਕੀੜੀਆਂ ਨੂੰ। ਲੱਕੜੀ ਦੇ ਟੁਕੜੇ ਤੋਂ ਸੱਪ ਬਣਾ ਦਿੰਦਾ ਹੈ ਤੇ ਛੜੀ ਰਾਹੀਂ ਅੱਗੇ ਤੋਰਦਾ ਹੈ ਪਾਣੀ ਦੀਆਂ ਧਾਰਾਵਾਂ ਨੂੰ। ਉਹ ਹੀ ਆਕਾਸ਼ਾਂ ਨੂੰ ਟਿਕਾਉਂਦਾ ਹੈ ਹੰਕਾਰ ਦੇ ਗੋਲੇ ਤੇ ਜਦੋਂ ਉਹ ਚਮਕੀਲੇ ਲਾਲ ਹੋ ਕੇ ਪਤਨ ਵੱਲ ਵੱਧਦੇ ਹਨ ਤਾਂ ਜਕੜ ਦਿੰਦਾ ਹੈ ਉਹਨਾਂ ਨੂੰ ਲੋਹੇ ਨਾਲ। ਉਹ ਹੀ ਊਠਾਂ ਨੂੰ ਚਟਾਨਾਂ ਤੋਂ ਬਾਹਰ ਕੱਢ ਲਿਆਉਂਦਾ ਹੈ ਤੇ ਝੰਗਾੜਨਾ ਸਿਖਾਉਂਦਾ ਹੈ ਸੁਨਹਿਰੀ ਬਛੜਿਆਂ ਨੂੰ। ਠੰਡ ਵਿੱਚ ਉਹ ਚਾਂਦੀ ਰੰਗੀ ਬਰਫ਼ ਦਾ ਛਿੜਕਾਅ ਕਰਦਾ ਹੈ ਅਤੇ ਪਤਝੜ ਵਿੱਚ ਬਿਖੇਰਦਾ ਹੈ ਪੀਲੇ ਪੱਤਿਆਂ ਦਾ ਸੋਨਾ। ਉਹ ਲੁਕੋ ਕੇ ਰੱਖਦਾ ਹੈ ਕੰਡਿਆਂ ਨੂੰ ਤੇ ਮਗਰੋਂ ਬਖਸ਼ਦਾ ਹੈ ਇਹਨਾਂ ਨੂੰ ਲਹੂ ਦਾ ਸਵਾਦ। ਚਮੇਲੀ ਨੂੰ ਨਿਵਾਜਦਾ ਹੈ 4 ਪੰਖੁੜੀਆਂ ਨਾਲ ਤੇ ਟਿਊਲਿਪ ਦੇ ਸਿਰ ਤੇ ਟਿਕਾਉਂਦਾ ਹੈ ਲਾਲ ਟੋਪ। ਉਹ ਟਿਕਾਉਂਦਾ ਹੈ ਨਰਗਿਸ ਦੇ ਮੱਥੇ ਤੇ ਸੁਨਹਿਰੀ ਤਾਜ ਤੇ ਇਸ ਦੀਆਂ ਕਿਸੇ ਪਵਿੱਤਰ ਤੀਰਥ ਸਥਾਨ ਵਰਗੀਆਂ ਪੱਤੀਆਂ ਤੇ ਰੱਖ ਦਿੰਦਾ ਹੈ ਮੋਤੀਆਂ ਵਰਗੀਆਂ ਤਰੇਲ ਦੀਆਂ ਬੂੰਦਾਂ। ਅਕਾਲ ਪੁਰਖ ਦੇ ਇਹਨਾਂ ਕਲਪਨਾ ਤੋਂ ਪਰੇ ਦੇ ਵਿਚਾਰਾਂ ਨਾਲ ਦਿਮਾਗ ਚਕਰਾ ਜਾਂਦਾ ਹੈ। ਤਰਕ ਫੇਲ ਹੋ ਜਾਂਦੇ ਨੇ ਕਿਉਂਕਿ ਪਰਮਾਤਮਾ ਹੀ ਸਵਰਗਾਂ ਨੂੰ ਪਲਟਾ ਰਿਹਾ ਹੈ ਤੇ ਘੁਮਾ ਰਿਹਾ ਹੈ ਧਰਤੀ ਨੂੰ। ਮੱਛੀ ਦੀ ਪਿੱਠ ਤੋਂ ਲੈ ਕੇ ਚੰਦ ਤੱਕ ਹਰ ਕਣ ਗਵਾਹੀ ਭਰਦਾ ਹੈ ਉਸ ਦੀ ਹੋਂਦ ਦੀ।
ਧਰਤੀ ਦੀ ਡੂੰਘਾਈ ਤੇ ਸਵਰਗਾਂ ਦੀ ਉਚਾਈ ਵਾਰ-ਵਾਰ ਉਸ ਨੂੰ ਆਪਣੀ ਖਾਸ ਸ਼ਰਧਾ ਪੇਸ਼ ਕਰ ਰਹੇ ਹਨ। ਪਰਮਾਤਮਾ ਨੇ ਹਵਾ, ਧਰਤੀ, ਅੱਗ, ਲਹੂ ਬਣਾਏ ਤੇ ਇਹਨਾਂ ਰਾਹੀਂ ਉਸਨੇ ਆਪਣਾ ਰਹੱਸਮਈ ਆਪਾ ਪ੍ਰਗਟ ਕੀਤਾ। ਉਸਨੇ ਚੀਕਣੀ ਮਿੱਟੀ ਲਈ ਤੇ ਉਸ ਨੂੰ ਪਾਣੀ ਨਾਲ ਗੁੰਨਿਆ ਤੇ 40 ਦਿਨਾਂ ਮਗਰੋਂ ਇਸ ਸਰੀਰ ਰੂਪੀ ਮਿੱਟੀ ਵਿੱਚ ਰੂਹ ਫੂਕੀ। ਪਰਮਾਤਮਾ ਨੇ ਇਸ ਨੂੰ ਬੁੱਧੀ ਦਿੱਤੀ ਤਾਂ ਜੋ ਉਸ ਨੂੰ ਵਸਤਾਂ ਦੀ ਸੂਝ-ਬੂਝ ਹੋ ਸਕੇ। ਜਦੋਂ ਉਸਨੇ ਵੇਖਿਆ ਕਿ ਬੁੱਧੀ ਕੋਲ ਸੋਝੀ ਆ ਗਈ ਹੈ ਤਾਂ ਉਸਨੇ ਗਿਆਨ ਬਖਸ਼ਿਆ ਤਾਂ ਕਿ ਹੁਣ ਵਿਚਾਰ ਕਰਨਾ ਵੀ ਆ ਜਾਵੇ। ਪਰ ਜਦੋਂ ਮਨੁੱਖ ਇਹਨਾਂ ਸਭ ਸਹੂਲਤਾਂ ਨੂੰ ਆਪਣੇ ਅਧਿਕਾਰ ਖੇਤਰ 'ਚ ਲੈ ਕੇ ਆਇਆ ਤਾਂ ਆਪਣੀ ਨਿਰਬਲਤਾ ਦਾ ਪਤਾ ਲੱਗਾ ਤੇ ਉਹ ਆਪਣੀ ਕਮਜ਼ੋਰੀ ਕਬੂਲ ਕਰਨ ਲੱਗਾ। ਅਤੇ ਜਦੋਂ ਮਾਨਵੀ ਸਰੀਰ ਨੇ ਬਾਹਰੀ ਕਰਮਾਂ ਨੂੰ ਛੱਡ ਦਿੱਤਾ ਤਾਂ ਉਸਨੇ ਅਚਰਜਤਾ ਨਾਲ ਇਸ 'ਤੇ ਕਾਬੂ ਪਾਇਆ। ਦੋਸਤ ਜਾਂ ਦੁਸ਼ਮਣ ਸਭ ਨੇ ਪਰਮਾਤਮਾ ਦੀ ਪੰਜਾਲੀ ਅੱਗੇ ਨਮਨ ਕੀਤਾ ਤੇ ਵਿਸਮਾਦੀ ਅਚਰਜਤਾ ਹੋਈ ਇਹ ਜਾਣ ਕੇ ਕਿ ਉਹ ਕਿਸ ਤਰ੍ਹਾਂ ਸਭ ਉੱਪਰ ਮਿਹਰ ਦੀ ਨਜ਼ਰ ਰੱਖ ਰਿਹਾ ਹੈ। ਆਰੰਭਕ ਸਦੀਆਂ ਵਿੱਚ ਅਕਾਲ ਪੁਰਖ ਨੇ ਧਰਤੀ ਨੂੰ ਸਜਾਉਣ ਲਈ ਪਹਾੜਾਂ ਨੂੰ ਆਪਣੇ ਨੌਹਾਂ ਵਜੋਂ ਵਰਤਿਆ ਤੇ ਧਰਤ ਦਾ ਚਿਹਰਾ ਸਮੁੰਦਰਾਂ ਦੇ ਪਾਣੀ ਨਾਲ ਧੋਤਾ। ਫਿਰ ਉਸਨੇ ਧਰਤੀ ਨੂੰ ਬਲਦ ਦੀ ਪਿੱਠ ਤੇ ਟਿਕਾਇਆ ਤੇ ਬਲਦ ਨੂੰ ਮੱਛੀ ਅਤੇ ਮੱਛੀ ਨੂੰ ਹਵਾ ਵਿੱਚ। ਪਰ ਹਵਾ ਦੇ ਆਰਾਮ ਲਈ ਕੀ ਸੀ? ਕੁਝ ਵੀ ਨਹੀਂ। ਤੇ ਕੁਝ ਨਹੀਂ ਤਾਂ ਕੁਝ ਵੀ ਨਹੀਂ ਤੇ ਸਭ ਕੁਝ ਵੀ ਨਹੀਂ ਤਾਂ ਗੁਣ ਗਾਓ ਸਰਬ ਸਮਰੱਥ ਦੀ ਕਾਰ ਦੇ। ਹਾਲਾਂਕਿ ਉਹ ਆਪਣੇ ਆਪ ਨੂੰ ਵੀ ਕੁਝ ਨਹੀਂ ਤਸੱਵੁਰ ਕਰਦਾ ਹੈ, ਪਰ ਵੇਖੋ ਕਿ ਸਿਰਫ ਉਸ ਦਾ ਅਰਕ ਰੂਪੀ ਵਜੂਦ ਹੀ ਮੌਜੂਦ ਹੈ ਅਤੇ ਇਹ ਨਿਸ਼ਚਿਤ ਹੈ ਕਿ ਇੱਥੇ ਕੁਝ ਵੀ ਨਹੀਂ, ਪਰ ਉਹ ਹੈ। ਉਸ ਦਾ ਸਿੰਘਾਸਨ ਪਾਣੀਆਂ ਦੇ ਉੱਪਰ ਹੈ ਤੇ ਸੰਸਾਰ ਹਵਾ ਵਿੱਚ। ਪਰ ਛੱਡੋ ਪਾਣੀਆਂ ਤੇ ਹਵਾ ਨੂੰ, ਸਭ ਕੁਝ ਪਰਮਾਤਮਾ ਹੈ। ਸਿੰਘਾਸਨ ਤੇ ਸੰਸਾਰ ਸਭ ਤਿਲਸਮ। ਪਰਮਾਤਮਾ ਸਭ ਕੁਝ ਹੈ ਤੇ ਵਸਤਾਂ ਦੀ ਕੀਮਤ ਸਿਰਫ ਸੰਕੇਤਕ। ਇਹ ਦਿਸਦਾ ਤੇ ਅਣਦਿਸਦਾ ਸੰਸਾਰ ਸਿਰਫ ਉਹੀ ਹੈ। ਇੱਥੇ ਹੋਰ ਕੁਝ ਨਹੀਂ, ਬਸ ਉਹੀ ਹੈ। ਪਰ ਆਹ, ਕੋਈ ਉਸ ਨੂੰ ਦੇਖ ਨਹੀਂ ਸਕਦਾ। ਅੱਖਾਂ ਅਸਮਰੱਥ ਹਨ। ਭਾਵੇਂ ਕਿ ਸੰਸਾਰ ਵਿੱਚ ਚਾਨਣ ਹੈ ਚਮਕਦਾਰ ਸੂਰਜ ਦਾ। ਕੀ ਤੁਸੀਂ ਝੱਲ ਸਕਦੇ ਹੋ ਉਸ ਦੀ ਇੱਕ ਛੋਟੀ ਜਿਹੀ ਝਲਕ? ਨਹੀਂ, ਸਿਰ ਚਕਰਾ ਜਾਵੇਗਾ। ਤੇ ਜੇ ਤੁਸੀਂ ਉਸ ਨੂੰ ਪੂਰੇ ਦਾ ਪੂਰਾ ਤੱਕ ਲਵੋ ਤਾਂ ਤੁਸੀਂ ਆਪਣਾ ਆਪਾ ਗਵਾ ਲਵੋਗੇ। ਸਾਰੇ ਉਹ ਮਨੁੱਖ ਜੋ ਆਪਣੀ ਅਗਿਆਨਤਾ ਤੋਂ ਜਾਣੂ ਨੇ, ਪੱਲੇ ਨਾਲ ਆਪਣੇ ਮੂੰਹ ਢੱਕ ਕੇ ਚਾਅ ਵਿੱਚ ਬੋਲਦੇ ਨੇ, ਹੇ ਪਰਮੇਸ਼ਰ, ਹਾਲਾਂਕਿ ਤੈਨੂੰ ਸਾਡਾ ਰੂਪ ਪਤਾ ਹੈ, ਸਭ ਕੁਝ ਤੇਰਾ ਹੈ ਤੇ ਤੇਰੇ ਬਿਨਾਂ ਕੁਝ ਵੀ ਬਿਆਨਣ ਯੋਗ ਨਹੀਂ। ਆਤਮਾ ਲੁਕੀ ਹੋਈ ਹੈ ਸਰੀਰ ਵਿੱਚ ਤੇ ਤੂੰ ਲੁਕਿਆ ਹੋਇਆ ਹੈ ਆਤਮਾ ਵਿੱਚ। ਹੇ ਪਰਮ ਪਿਤਾ, ਜੋ ਕਲਾ ਲੁਕੀ ਹੋਈ ਹੈ ਉਸ ਲੁਕੇ ਹੋਏ ਵਿੱਚ ਸਭ ਤੋਂ ਵੱਧ ਤੂੰ ਹੈ। ਸਭ ਤੇਰੇ ਵਿੱਚ ਆਪਣੇ ਆਪ ਨੂੰ ਵੇਖਦੇ ਹਨ ਤੇ ਉਹ ਤੈਨੂੰ ਹੀ ਤੱਕਦੇ ਹਨ ਹਰ ਸ਼ੈ ਵਿੱਚ। ਜਦੋਂ ਕਿ ਤੇਰਾ ਨਿਵਾਸ ਘਿਰਿਆ ਹੋਇਆ ਹੈ ਪਹਿਰੇਦਾਰਾਂ ਨਾਲ, ਤਾਂ ਅਸੀਂ ਕਿਵੇਂ ਤੇਰੇ ਨਜ਼ਦੀਕ ਆ ਸਕਦੇ ਹਾਂ? ਨਾ ਤਾਂ ਬੁੱਧੀ ਤੇ ਨਾ ਹੀ ਕੋਈ ਤਰਕ ਫੜ ਸਕਦਾ ਹੈ ਤੇਰੀ ਖੁਸ਼ਬੂ, ਤੇ ਨਾ ਹੀ ਕੋਈ ਬਿਆਨ ਕਰ ਸਕਦਾ ਹੈ ਤੇਰੇ ਗੁਣਾਂ ਨੂੰ, ਕਿਉਂਕਿ ਤੂੰ ਅਨੰਤ ਤੇ ਸਰਵ ਕਲਾ ਸਮਰੱਥ ਹੈ ਤੇ ਤੇਰਾ ਥਾਂ ਪਾ ਲੈਣ ਦੇ ਦਾਅਵੇ ਕਰਨ ਵਾਲੇ ਸਿਆਣੇ ਸਦਾ ਭੌਂਚੱਕੇ ਰਹਿ ਜਾਂਦੇ ਹਨ। ਹੋਰ ਹੁਣ ਅਸੀਂ ਕੀ ਕਹਿ ਸਕਦੇ ਹਾਂ ਜਦੋਂ ਕਿ ਤੂੰ ਵਰਣਨ ਹੋ ਸਕਣ ਦੀਆਂ ਵਲਗਣਾਂ ਵਿੱਚ ਸਮਾ ਹੀ ਨਹੀਂ ਸਕਦਾ। ਹੇ ਮੇਰੇ ਮਨ, ਜੇ ਤੂੰ ਸਮਝਣ ਵਾਲੇ ਰਸਤੇ ਦੀ ਸ਼ੁਰੂਆਤ ਕਰਨੀ ਚਾਹੁੰਦਾ ਹੈ ਤਾਂ ਧਿਆਨ ਨਾਲ ਕਦਮ ਪੁੱਟ। ਧਰਤੀ ਦੇ ਹਰੇਕ ਕਣ ਦਾ ਆਪਣਾ ਦਰਵਾਜ਼ਾ ਹੈ ਅਤੇ ਆਪਣਾ ਪੰਥ ਹੈ ਹਰੇਕ ਅਣੂ ਦਾ, ਜੋ ਉਸ ਨਾਲ ਬਿਆਨੇ ਜਾ ਸਕਣ ਵਾਲੇ ਵੱਲ ਜਾਂਦਾ ਹੈ, ਜਿਸ ਨੂੰ ਮੈਂ ਦਰਸਾਉਣਾ ਚਾਹੁੰਦਾ ਹਾਂ। ਆਪਣੇ ਆਪ ਨੂੰ ਜਾਣਨ ਲਈ ਸਦੀਆਂ ਲੱਗ ਜਾਂਦੀਆਂ ਹਨ ਤੇ ਅਕਾਲ ਪੁਰਖ ਨੂੰ ਤੇਰੇ ਉਸ ਆਪੇ ਦੁਆਰਾ ਜਾਣਿਆ ਜਾ ਸਕੇਗਾ ਜਿੱਥੇ ਤੂੰ ਨਹੀਂ ਹੋਵੇਂਗਾ। ਇਹ ਉਹੀ ਹੈ ਜੋ ਤੇਰੇ ਲਈ ਇਹ ਪੰਧ ਖੋਲ੍ਹੇਗਾ, ਕੋਈ ਮਨੁੱਖੀ ਸੂਝ ਨਹੀਂ। ਉਸ ਦਾ ਗਿਆਨ ਬਿਆਨਬਾਜ਼ੀ ਦੇ ਦਰਵਾਜ਼ਿਆਂ ਤੋਂ ਪਾਰ ਹੈ। ਗਿਆਨ ਤੇ ਅਗਿਆਨ ਇੱਥੇ ਇੱਕੋ ਹੀ ਹਨ ਉਹਨਾਂ ਲਈ ਜੋ ਨਾ ਤਾਂ ਵਿਆਖਿਆ ਕਰ ਸਕਦੇ ਹਨ ਤੇ ਨਾ ਹੀ ਵਰਣਨ। ਮਨੁੱਖੀ ਸਮਝ ਇੱਥੇ ਸਿਰਫ ਕਲਪਨਾਵਾਂ ਦੇ ਘੋੜੇ ਹੀ ਦੌੜਾ ਸਕਦੀ ਹੈ ਤੇ ਇਨ੍ਹਾਂ ਕਲਪਨਾਵਾਂ ਜੋ ਉਹਨਾਂ ਆਪਣੇ ਆਪ ਘੜੀਆਂ ਹੋਣ ਦੇ ਕੋਈ ਵੀ ਅਰਥ, ਭਾਵੇਂ ਉਹ ਬਿਮਾਰ
ਅਤੇ ਬੇਹੇ ਜਿਹੇ ਲੱਗਣ ਵਾਲੇ ਤੰਦਰੁਸਤ ਤੇ ਤਾਜ਼ੇ ਬੇਤੁਕੇ ਹੀ ਹੋਣਗੇ। ਅਕਾਲ ਪੁਰਖ ਗਿਆਨ ਤੇ ਗਵਾਹੀ ਜਾਂ ਸਬੂਤਾਂ ਤੋਂ ਪਾਰ ਹੈ, ਤੇ ਕੁਝ ਵੀ ਜਾਂ ਕੋਈ ਵੀ ਉਸ ਦੀ ਪਵਿੱਤਰ ਮਹਿਮਾ ਬਾਰੇ ਕਿਨਕਾ ਵੀ ਬਿਆਨ ਨਹੀਂ ਸਕਦਾ। ਤੇ ਤੁਸੀਂ ਜਿਹੜੇ ਸੱਚ ਦੀ ਕੀਮਤ ਜਾਣਦੇ ਹੋ, ਸਮਾਨਤਾ ਬਾਰੇ ਨਾ ਸੋਚੋ। ਇਸ ਦੀ ਹੋਂਦ ਬਰਾਬਰਤਾ ਤੋਂ ਬਿਨਾਂ ਕਿਸੇ ਇੱਕ ਨੂੰ ਸਵੀਕਾਰ ਨਹੀਂ ਕਰਦੀ, ਜਦੋਂ ਕਿ ਨਾ ਤਾਂ ਪੈਗੰਬਰਾਂ ਦੇ ਤੇ ਨਾ ਹੀ ਸਵਰਗ ਦੂਤਾਂ ਦੀ ਕਿਣਕਾ ਮਾਤਰ ਵੀ ਸਮਝ ਵਿੱਚ ਆ ਰਿਹਾ ਹੈ। ਉਹ ਆਪਣੇ ਮੱਥੇ ਧਰਤੀ ਤੇ ਰਗੜਦੇ ਹੋਏ ਬੋਲ ਰਹੇ ਹਨ, ਅਸੀਂ ਉਸ ਨੂੰ ਉਵੇਂ ਨਹੀਂ ਜਾਣਦੇ ਜਿਵੇਂ ਉਹ ਸੱਚਮੁੱਚ ਹੈ। ਤਾਂ ਮੈਂ ਕੀ ਹਾਂ, ਇਹ ਵਧਾ ਚੜ੍ਹਾ ਕੇ ਕਹਿਣ ਵਾਲਾ ਕਿ ਮੈਂ ਜਾਣਦਾ ਹਾਂ ਉਸ ਨੂੰ? ਹੇ ਪਹਿਲੇ ਆਦਮ ਦੇ ਅਣਜਾਣ ਪੁੱਤਰ, ਧਰਤੀ ਤੇ ਅੱਲਾ ਦੇ ਖਲੀਫੇ ਆਪਣੇ ਪਿਤਾ ਦੇ ਅਧਿਆਤਮਿਕ ਗਿਆਨ ਨੂੰ ਸਮਝਣ ਦੇ ਯਤਨਾਂ ਵਿੱਚ ਲੱਗੇ ਹੋਏ ਹਨ। ਸਾਰੇ ਜੀਵ ਜੋ ਪਰਮਾਤਮਾ ਨੇ ਸਿਫਰ ਤੋਂ ਘੜੇ ਹਨ, ਆਪਣੀ ਹੋਂਦ ਲਈ ਉਸ ਅੱਗੇ ਡੰਡੌਤ ਕਰ ਰਹੇ ਹਨ। ਜਦੋਂ ਉਸ ਨੂੰ ਫੁਰਨਾ ਹੋਇਆ ਆਦਮ ਨੂੰ ਪੈਦਾ ਕਰਨ ਦਾ, ਤਾਂ ਉਸਨੇ ਆਦਮ ਨੂੰ ਸੈਂਕੜੇ ਪਰਦਿਆਂ ਤੋਂ ਬਾਹਰ ਕੱਢਿਆ ਤੇ ਕਿਹਾ, ਹੇ ਆਦਮ, ਸਭ ਜੀਵ ਮੈਨੂੰ ਪਿਆਰ ਕਰਦੇ ਹਨ, ਹੁਣ ਅਰਾਧਨ ਦੀ ਮਿੱਤ ਤੇਰੀ ਹੈ। ਇੱਕ ਮਾਤਰ ਉਹ ਫਰਿਸ਼ਤਾ ਜਿਸਨੇ ਇਬਾਦਤ ਤੋਂ ਮੂੰਹ ਫੇਰਿਆ, ਪਲ ਵਿੱਚ ਸ਼ੈਤਾਨ ਹੋ ਗਿਆ, ਤੇ ਜੋ ਰਹੱਸ ਦਾ ਗਿਆਨ ਉਸ ਕੋਲ ਸੀ, ਛਿਨ ਵਿੱਚ ਉਡਾਰੀ ਮਾਰ ਗਿਆ, ਕਿਉਂਕਿ ਉਹ ਸਰਾਪਿਆ ਗਿਆ ਸੀ। ਉਸ ਨਿੰਦਕ ਦਾ ਮੂੰਹ ਕਾਲਾ ਹੋ ਗਿਆ ਤੇ ਉਹ ਬੋਲਿਆ, ਹੇ ਪਰਮਪਿਤਾ, ਪੂਰਨ ਸੁਤੰਤਰਤਾ ਦੇ ਕਲਾਵਾਂ ਦੇ ਮਾਲਕ, ਮੈਨੂੰ ਨਾ ਤਿਆਗ। ਸਰਵ ਉੱਚ ਨੇ ਜਵਾਬ ਵਿੱਚ ਕਿਹਾ, ਤੂੰ ਜੋ ਕਿ ਸਰਾਪਿਆ ਗਿਆ ਹੈ, ਇਹ ਜਾਣ ਲੈ ਕਿ ਆਦਮ ਕੁਦਰਤ ਦਾ ਰਾਜਾ ਤੇ ਪ੍ਰਬੰਧਕ ਹੈ। ਅੱਜ ਉਸ ਦੇ ਅੱਗੇ ਹੈ ਤੇ ਆਉਣ ਵਾਲਾ ਕੱਲ ਉਸ ਲਈ ਦੀਵੇ ਵਾਂਗ ਬਲੇਗਾ। ਜਦੋਂ ਆਤਮਾ ਨੂੰ ਸਰੀਰ ਨਾਲ ਜੋੜਿਆ ਗਿਆ ਤਾਂ ਇਹ ਸਾਰੇ ਦਾ ਹਿੱਸਾ ਸੀ। ਐਸਾ ਅਦਭੁਤ ਜਾਦੂ ਪਹਿਲਾਂ ਕਦੇ ਨਹੀਂ ਕੀਤਾ ਗਿਆ। ਆਤਮਾ ਪਰਮਾਤਮਾ ਜੋ ਸਰਵ ਉੱਚ ਹੈ ਦਾ ਹਿੱਸਾ ਹੈ, ਤੇ ਸਰੀਰ ਮਿੱਟੀ ਤੋਂ ਬਣਿਆ ਹੈ। ਇਸ ਦਾ ਨਿਰਮਾਣ ਹੋਇਆ ਹੈ ਭਾਰੀ ਮਿੱਟੀ ਤੇ ਸ਼ੁੱਧ ਆਤਮਾ ਦੇ ਮਿਸ਼ਰਣ ਤੋਂ, ਤੇ ਇਸ ਮਿਸ਼ਰਣ ਰਾਹੀਂ ਮਾਨਵ ਆਸ਼ਚਰਜਨਕ ਰਹੱਸਮਈ ਬਣ ਗਿਆ ਹੈ। ਅਸੀਂ ਨਹੀਂ ਜਾਣਦੇ ਤੇ ਨਾ ਹੀ ਸਮਝ ਸਕਦੇ ਹਾਂ, ਬਹੁਤ ਥੋੜਾ ਜਿਹਾ ਜਾਂ ਕਹਿ ਲਓ ਨਾ ਮਾਤਰ ਵੀ, ਆਪਣੀ ਆਤਮਾ ਨੂੰ। ਜੇ ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਬਿਹਤਰ ਹੈ ਕਿ ਤੁਸੀਂ ਸ਼ਾਂਤ ਰਹੋ। ਬਹੁਤੇ ਜਾਣਦੇ ਹਨ ਸਮੁੰਦਰ ਦੀ ਸਤਹਿ ਨੂੰ, ਪਰ ਉਹ ਕੱਖ ਨਹੀਂ ਜਾਣਦੇ ਇਸ ਦੀਆਂ ਡੂੰਘਾਈਆਂ ਬਾਰੇ। ਤੇ ਜਾਦੂਈ ਹੈ ਇਹ ਦਿਸਦਾ ਜਗਤ ਜੋ ਰੱਖਿਆ ਕਰਦਾ ਹੈ, ਪਰ ਇਹ ਤਿਲਸਮੀ ਸਰੀਰਕ ਬੰਧਨ ਅੰਤ ਵਿੱਚ ਟੁੱਟ ਜਾਣਗੇ, ਤੇ ਜਦੋਂ ਇਹ ਜਾਦੂਈ ਦੀਵਾਰ ਗਾਇਬ ਹੋ ਜਾਵੇਗੀ ਤਾਂ ਤੁਹਾਨੂੰ ਲੱਭੇਗਾ ਖਜ਼ਾਨਾ। ਆਤਮਾ ਆਪਣੇ ਆਪ ਪ੍ਰਗਟ ਹੋ ਜਾਵੇਗੀ ਜਦੋਂ ਸਰੀਰ ਪਾਸੇ ਰੱਖਿਆ ਜਾਵੇਗਾ, ਪਰ ਤੁਹਾਡੀ ਆਤਮਾ ਹੋਰ ਵਿਸਮਈ ਹੈ। ਇਹ ਹੈ, ਇਸ ਰਹੱਸ ਲਈ ਹੋਰ ਵਾਸਤਵਿਕਤਾ ਲੋੜੀਂਦੀ ਹੈ, ਤੇ ਜਦੋਂ ਮੈਂ ਇਸ਼ਾਰਾ ਕਰਾਂ ਤਾਂ ਤੁਰਿਓ, ਪਰ ਕੋਈ ਸਵਾਲ ਜਵਾਬ ਕੀਤੇ ਬਿਨਾਂ। ਇਹ ਬਹੁਤ ਹੀ ਵਿਸ਼ਾਲ ਬ੍ਰਹਿਮੰਡ ਵਿੱਚ ਸਾਰਾ ਆਲਮ ਇੱਕ ਅਣੂ ਦੀ ਨਿਆਈ ਹੈ, ਤੇ ਇੱਕ ਅਣੂ ਹੀ ਸਾਰਾ ਸੰਸਾਰ ਹੈ। ਕੌਣ ਜਾਣਦਾ ਹੈ ਕਿਸ ਦਾ ਮੁੱਲ ਵਧੇਰੇ ਹੈ, ਇੱਕ ਲਾਲ ਦਾ ਜਾਂ ਇੱਕ ਕੰਕਰ ਦਾ? ਅਸੀਂ ਆਪਣਾ ਜੀਵ ਦਾਅ ਤੇ ਲਾ ਦਿੱਤਾ ਹੈ। ਸਾਡੀ ਆਤਮਾ, ਸਾਡਾ ਧਰਮ ਇੱਕ ਕਣ ਦੀ ਸੰਪੂਰਨਤਾ ਨੂੰ ਸਮਝਣ ਵਿੱਚ। ਆਪਣੇ ਬੁੱਲ੍ਹ ਸਿਉਂ ਲਓ ਤੇ ਕੁਝ ਨਾ ਪੁੱਛੋ ਬੈਕੁੰਠ ਤੇ ਪਰਮਾਤਮਾ ਦੇ ਸਿੰਘਾਸਨ ਬਾਰੇ। ਅਸਲ ਵਿੱਚ ਕੋਈ ਨਹੀਂ ਜਾਣਦਾ ਇੱਕ ਕਿਣਕੇ ਦੀ ਵੀ ਸਾਰ, ਭਾਵੇਂ ਕਿਸੇ ਨੂੰ ਵੀ ਪੁੱਛ ਕੇ ਵੇਖ ਲਓ। ਸਵਰਗ ਇੱਕ ਉਲਟੇ ਗੁੰਬਦ ਵਾਂਗ ਹਨ, ਅਸਥਿਰ, ਡਾਵਾਂਡੋਲ। ਕੋਈ ਇਸ ਤਰ੍ਹਾਂ ਦੇ ਕਿਸੇ ਰਹੱਸ ਵਿੱਚ ਗੁਆਚ ਗਿਆ ਹੈ। ਇੱਥੇ ਪਰਦੇ ਤੇ ਪਰਦੇ ਹਨ, ਕੋਈ ਕੰਧ ਤੇ ਬਣੀ ਕਿਸੇ ਆਕ੍ਰਿਤੀ ਵਾਂਗ ਹੈ ਤੇ ਦੂਜਾ ਸਿਰਫ ਆਪਣੇ ਦੰਦ ਕਰੀਚ ਰਿਹਾ ਹੈ। ਸੋਚੋ ਉਹਨਾਂ ਬਾਰੇ ਜੋ ਆਤਮਾ ਦੇ ਰਸਤੇ ਤੇ ਦਾਖਲ ਹੋ ਗਏ ਹਨ। ਦੇਖੋ ਕੀ ਵਾਪਰਿਆ ਹੈ ਆਦਮ ਨਾਲ, ਦੇਖੋ ਕਿੰਨੇ ਸਾਲ ਬਿਤਾ ਦਿੱਤੇ ਨੇ ਉਸਨੇ ਵਿਰਲਾਪ ਵਿੱਚ। ਚੇਤੇ ਕਰੋ ਨੂਹ ਦੇ ਸਮੇਂ ਆਈ ਜਲ ਪਰਲੋ ਅਤੇ ਸਾਰੇ ਕੁਲਪਤੀਆਂ ਨੇ ਕਿਵੇਂ ਭੋਗਿਆ ਸ਼ੈਤਾਨੀ ਪ੍ਰਕੋਪ। ਯਾਦ ਕਰੋ ਇਬਰਾਹਿਮ ਨੂੰ ਜੋ ਪਰਮਪਿਤਾ ਦੇ ਪਿਆਰ ਨਾਲ ਗੁੜਚ ਸੀ, ਉਸ ਨੇ ਵੀ ਤਸ਼ੱਦਦ ਸਹਾ ਤੇ ਸੁੱਟਿਆ ਗਿਆ ਅੱਗ ਵਿੱਚ। ਵੇਖੋ ਉਸ ਬਦਕਿਸਮਤ ਇਸਮਾਇਲ ਵੱਲ ਜੋ ਰੱਬੀ ਪਿਆਰ ਦੇ ਰਸਤੇ ਦੀ ਭੇਂਟ ਕੀਤਾ ਗਿਆ। ਯਾਕੂਬ ਵੱਲ ਮੁੜੋ ਜੋ ਆਪਣੇ ਪੁੱਤਰ ਲਈ ਰੋਂਦਾ ਅੰਨ੍ਹਾ ਹੋ ਗਿਆ। ਯੂਸਫ ਵੱਲ ਤੱਕੋ ਜਿਸਨੇ ਗੁਲਾਮੀ ਵਿੱਚ ਵੀ ਸਰਾਹੁਣਯੋਗ ਸ਼ਕਤੀ ਵਿਖਾਈ, ਫਿਰ ਭਾਵੇਂ ਉਹ ਖੰਦਕ ਵਿੱਚ ਰਿਹਾ, ਭਾਵੇਂ ਕੈਦਖਾਨੇ ਵਿੱਚ। ਤੇ ਯਾਦ ਰੱਖੋ
ਧਰਤੀ ਦੇ ਉਹਨਾਂ ਅਭਾਗੇ ਪਲਾਂ ਨੂੰ ਜਦ ਉਹ ਕੀੜਿਆਂ ਤੇ ਲੂੰਬੜਾਂ ਦਾ ਸ਼ਿਕਾਰ ਬਣੇ। ਚੇਤੇ ਕਰੋ ਯੂਨਸ ਨੂੰ, ਕਿਵੇਂ ਉਹ ਰਸਤੇ ਤੋਂ ਭਟਕ ਗਿਆ ਤੇ ਚੰਦ ਤੋਂ ਵੇਲ ਦੇ ਪੇਟ ਵਿੱਚ ਪੁੱਜ ਗਿਆ। ਪਿੱਛਾ ਕਰੋ ਮੂਸਾ ਦਾ, ਉਸ ਦੇ ਜਨਮ ਤੋਂ ਇੱਕ ਬਕਸਾ ਉਸ ਦਾ ਪਾਲਣਾ ਬਣਿਆ ਤੇ ਫਿਰੌਨ ਨੇ ਉਸ ਨੂੰ ਉੱਚਾ ਚੁੱਕਿਆ। ਦਾਊਦ ਬਾਰੇ ਸੋਚੋ, ਜਿਸ ਨੇ ਆਪਣੇ ਆਪ ਨੂੰ ਇੱਕ ਢਾਲ ਬਣਾ ਲਿਆ ਤੇ ਜਿਸ ਦੀ ਆਹ ਨੇ ਲੋਹੇ ਨੂੰ ਮੋਮ ਵਾਂਗ ਪਿਘਲਾ ਦਿੱਤਾ। ਸੁਲੇਮਾਨ ਵੱਲ ਤੱਕੋ, ਜਿਸ ਦਾ ਰਾਜ ਪ੍ਰਬੰਧ ਜਿਨ੍ਹਾਂ ਦੁਆਰਾ ਚਲਾਇਆ ਜਾਂਦਾ ਸੀ। ਜ਼ਕਾਰੀਆ ਯਾਦ ਹੈ, ਜੋ ਪਰਮਾਤਮਾ ਦੇ ਪਿਆਰ ਨਾਲ ਇੰਨਾ ਭਰਿਆ ਹੋਇਆ ਸੀ ਕਿ ਜਦੋਂ ਉਹਨਾਂ ਉਸ ਨੂੰ ਕਤਲ ਕੀਤਾ ਤਾਂ ਵੀ ਉਹ ਸ਼ਾਂਤ ਰਿਹਾ। ਤੇ ਬਪਤਿਸਮਾ ਦਾ ਦਾਤਾ ਯੋਹੰਨਾ, ਜਿਸ ਨੂੰ ਲੋਕਾਂ ਦੇ ਸਾਹਮਣੇ ਜ਼ਲੀਲ ਕੀਤਾ ਗਿਆ ਤੇ ਜਿਸ ਦਾ ਸਿਰ ਕੱਟ ਕੇ ਥਾਲੀ ਵਿੱਚ ਸਜਾਇਆ ਗਿਆ। ਸਲੀਬ ਦੇ ਪੈਰਾਂ ਵਿੱਚ ਖਲੋਤੇ ਈਸਾ ਨੂੰ ਅਚਰਜਤਾ ਨਾਲ ਤੱਕੋ, ਜਦੋਂ ਉਸ ਨੇ ਆਪਣੇ ਆਪ ਨੂੰ ਯਹੂਦੀਆਂ ਹੱਥੋਂ ਬਚਾਇਆ। ਤੇ ਆਖਿਰਕਾਰ ਮੰਥਨ ਕਰੋ ਕਿ ਨਬੀਆਂ ਦੇ ਸਰਦਾਰ ਨੂੰ ਕਿਵੇਂ ਸ਼ੈਤਾਨਾਂ ਤੋਂ ਤਿਰਸਕਾਰ ਤੇ ਜ਼ਖਮ ਸਹਿਣੇ ਪਏ। ਇਹ ਸਭ ਤੱਕਣ ਤੋਂ ਬਾਅਦ ਕੀ ਤੁਸੀਂ ਹਾਲੇ ਵੀ ਸੋਚਦੇ ਹੋ ਕਿ ਅਧਿਆਤਮਿਕ ਸ਼ਾਇਆਂ ਦਾ ਗਿਆਨ ਹਾਸਲ ਕਰਨਾ ਬਹੁਤ ਸੌਖਾ ਹੈ? ਇਸ ਸਭ ਲਈ ਮਰ ਜਾਣਾ ਘੱਟ ਤੋਂ ਘੱਟ ਹੈ। ਹੁਣ ਅੱਗੇ ਮੈਂ ਕੀ ਕਹਾਂ, ਜਦੋਂ ਕਿ ਮੇਰੇ ਕੋਲ ਕਹਿਣ ਲਈ ਹੋਰ ਕੁਝ ਨਹੀਂ, ਅਤੇ ਇੱਥੇ ਝਾੜੀਆਂ ਵਿੱਚ ਇੱਕ ਵੀ ਗੁਲਾਬ ਨਹੀਂ ਬਚਿਆ। ਉਹ ਮੇਰੀ ਸਿਆਣਪ, ਤੂੰ ਇੱਕ ਦੁੱਧ ਚੁੰਘਦੇ ਬੱਚੇ ਤੋਂ ਵੱਧ ਕੁਝ ਵੀ ਨਹੀਂ। ਇਸੇ ਕਾਰਨ ਪੁਰਾਣੇ ਅਨੁਭਵੀ ਭਟਕੇ ਹੋਏ ਨੂੰ ਖੋਜਦੇ ਰਸਤੇ ਤੇ ਕਿਸ ਤਰ੍ਹਾਂ ਮੈਂ ਮੂਰਖ ਉਸ ਦੀ ਸਾਰ ਪਾ ਸਕਦਾ ਹਾਂ। ਤੇ ਜੇ ਮੈਂ ਮਾੜਾ ਮੋਟਾ ਨੇੜੇ ਹੋ ਵੀ ਜਾਵਾਂ ਤਾਂ ਮੈਂ ਦਰਵਾਜ਼ੇ ਤੋਂ ਅੰਦਰ ਕਿਵੇਂ ਦਾਖਲ ਹੋਵਾਂਗਾ? ਹੇ ਪਵਿੱਤਰ ਨਿਰਮਾਤਾ, ਮੁੜ ਤੋਂ ਸਜੀਵ ਕਰ ਮੇਰੀ ਆਤਮਾ। ਆਸਤਿਕ ਤੇ ਨਾਸਤਿਕ ਬਰਾਬਰ ਦੇ ਗੋਤੇ ਖਾਣਗੇ ਲਹੂ ਵਿੱਚ, ਤੇ ਇਸ ਤਸੱਵੁਰ ਨਾਲ ਮੇਰਾ ਸਿਰ ਆਕਾਸ਼ ਵਾਂਗ ਚਕਰਾ ਜਾਂਦਾ ਹੈ। ਮੈਂ ਆਸ ਨਹੀਂ ਛੱਡੀ, ਬਸ ਮੈਂ ਥੋੜਾ ਕਾਲਾ ਹਾਂ। ਮੇਰੇ ਮਿੱਤਰੋ, ਅਸੀਂ ਇੱਕ ਦੂਜੇ ਦੇ ਗੁਆਂਢੀ ਹਾਂ। ਮੈਂ ਆਪਣੇ ਇਹ ਵਚਨ ਤੁਹਾਡੇ ਅੱਗੇ ਦਿਨ ਰਾਤ ਦੁਹਰਾਉਂਦਾ ਰਹਾਂਗਾ, ਤਾਂ ਕਿ ਤੁਸੀਂ ਸੱਚ ਦੀ ਖੋਜ ਕਰਨੋਂ ਇੱਕ ਪਲ ਵੀ ਨਾ ਰੁਕੋ। ਅਲੀ ਤੇ ਅਬੂ ਬਕਰ। ਇਹ ਦੋਹੇ, ਅਲੀ ਤੇ ਅਬੂ ਬਕਰ, ਸੱਚ ਦਾ ਸਮੁੰਦਰ, ਜੋ ਇਹਨਾਂ ਤਰ ਲਿਆ ਸੀ, ਵਿੱਚ ਪੂਰੀ ਤਰ੍ਹਾਂ ਸਮਾ ਚੁੱਕੇ ਸਨ। ਤੇ ਜਦ ਪੈਗੰਬਰ ਪਹਾੜੀ ਗੁਫਾ ਵਿੱਚ ਸਨ ਤਾਂ ਇਹ ਅਲੀ ਹੀ ਸੀ ਜੋ ਉਹਨਾਂ ਦੇ ਮੰਜੇ ਉੱਪਰ ਸੁੱਤਾ ਸੀ। ਆਪਣੇ ਰਾਹ ਦਸੇਰੇ ਤੇ ਪਿਆਰੇ ਆਗੂ ਦੀ ਜਾਨ ਬਚਾਉਣ ਲਈ ਉਸਨੇ ਮੌਤ ਅੱਗੇ ਆਪਣਾ ਆਪਾ ਸਮਰਪਣ ਕਰ ਦਿੱਤਾ ਸੀ। ਤੇ ਅਬੂ ਬਕਰ, ਕਿੰਨੀ ਬਹਾਦਰੀ ਨਾਲ ਉਸਨੇ ਗੁਫਾ ਵਿੱਚੋਂ ਜ਼ਹਿਰੀਲੇ ਸੱਪ ਭਜਾਏ। ਦੋਹੇ ਤਿਆਰ ਸਨ ਲੋੜ ਪੈਣ ਤੇ ਆਪਣੇ ਪ੍ਰਾਣ ਕੁਰਬਾਨ ਕਰਨ ਲਈ। ਤੇ ਤੁਸੀਂ ਹੋ ਰਹੇ ਹੋ ਇੱਛਾਵਾਂ ਦੀ ਕੈਦ ਤੇ ਚਕਾਚੌਂਧ ਵਿੱਚ ਫਸੇ ਹੋਏ, ਇਹ ਕਹਿੰਦੇ ਹੋਏ ਕਿ ਤੁਸੀਂ ਉਸ ਦੇ ਹੋ ਤੇ ਉਹ ਤੁਹਾਡਾ। ਕਿੱਥੇ ਨੇ ਉਹ ਪੀੜਾਂ ਜੋ ਉਹਨਾਂ ਦੋ ਸ੍ਰੇਸ਼ਟ ਮਨੁੱਖਾਂ ਦੇ ਰਾਹ ਵਿੱਚ ਸਨ, ਜਿਨ੍ਹਾਂ ਵਿੱਚੋਂ ਉਹ ਗੁਜ਼ਰੇ? ਤਿਆਰ ਰਹੋ, ਜੇ ਇਸ ਪੰਥ ਤੇ ਆਉਣਾ ਲੋਚਦੇ ਹੋ ਤਾਂ ਤਿਆਰ ਰਹੋ ਉਹਨਾਂ ਦੋਹਾਂ ਵਾਂਗ, ਸੀਸ ਭੇਟ ਕਰਨ ਲਈ। ਤੇ ਨਹੀਂ ਤਾਂ ਬੰਦ ਕਰੋ ਆਪਣੀਆਂ ਇਹ ਧੋਖੇਬਾਜ਼ ਤੇ ਨੁਕਤਾਚੀਨ ਚੰਗਾੜਾਂ। ਬੜੇ ਹੁੱਭ ਕੇ ਨਾਮ ਲੈਂਦੇ ਹੋ ਤੁਸੀਂ ਅਲੀ ਤੇ ਅਬੂ ਬਕਰ ਦੇ, ਪਰ ਕਿੱਥੇ ਹੈ ਤੁਹਾਡੇ ਕੋਲ ਪਰਮ ਪਿਤਾ ਦਾ ਉਹ ਪ੍ਰੇਮ ਜੋ ਹੋਣਾ ਚਾਹੀਦਾ ਸੀ? ਸੋ ਛੱਡੋ ਇਹ ਪਾਖੰਡ ਤੇ ਲੜੋ ਆਪਣੇ ਆਪ ਨਾਲ ਦਿਨ ਰਾਤ। ਰਾਬੀਆ ਵਾਂਗ ਹਜ਼ਾਰਾਂ ਮਨੁੱਖਾਂ ਦੇ ਹਿੱਸੇ ਦਾ ਇਕੱਲੀ ਪ੍ਰੇਮ ਕਰਨ ਵਾਲੀ ਉਹ ਆਸ਼ਿਕ, ਸਿਰ ਤੋਂ ਪੈਰਾਂ ਤੱਕ ਪੈਗੰਬਰ ਦੇ ਇਸ਼ਕ ਵਿੱਚ ਗੁੜਚ ਤੇ ਫਜ਼ੂਲ ਬਕਵਾਸ ਤੋਂ ਮੁਕਤ ਰਾਬੀਆ। ਉਹ ਸਮਾ ਗਈ ਉਸੇ ਪ੍ਰਕਾਸ਼ ਵਿੱਚ ਜੋ ਉਸਨੇ ਖੋਜਿਆ ਸੀ। ਰਾਬੀਆ। ਕਿਸੇ ਨੇ ਰਾਬੀਆ ਨੂੰ ਪੁੱਛਿਆ, ਹੇ ਭਲੀਏ ਲੋਕੇ, ਕੀ ਤੂੰ ਕੁਝ ਬਿਆਨ ਸਕਦੀ ਹੈ ਪੈਗੰਬਰ ਦੇ ਮਿੱਤਰਾਂ ਬਾਰੇ? ਉਹ ਬੋਲੀ, ਅਜੇ ਤਾਂ ਮੇਰਾ ਅੱਲਾ ਨਾਲ ਹੀ ਨਿਬੇੜਾ ਨਹੀਂ ਹੋਇਆ, ਸੋ ਅਜੇ ਮੈਂ ਪੈਗੰਬਰ ਦੀ ਮਿੱਤਰਤਾ ਬਾਰੇ ਕੀ ਕਹਿ ਸਕਦੀ ਹਾਂ? ਕੀ ਮੈਂ ਉਹ ਨਹੀਂ ਜੋ ਕਦੇ ਅਰਦਾਸ ਕਰ ਰਹੀ ਹੋਵੇ ਤਾਂ ਕੋਈ ਕੰਡਾ ਅੱਖ ਵਿੰਨ ਜਾਏ ਤੇ ਖੂਨ ਦੇ ਤੁਪਕੇ ਮੁਸੱਲੇ ਉੱਪਰ ਡਿੱਗਣ ਤੇ ਵੀ ਬੇਪਰਵਾਹੀ ਦੇ ਆਲਮ ਵਿੱਚ ਅਰਦਾਸ ਕਰਦੀ ਰਹੇ? ਉਹ ਜਿਨ੍ਹਾਂ ਦੇ ਨਾਤੇ ਰੂਹਾਨੀ ਹੋ ਜਾਣ, ਕਿਵੇਂ ਸਰੀਰਾਂ ਦੀਆਂ ਬਾਤਾਂ ਪਾਵੇ, ਆਦਮੀ ਜਾਂ ਔਰਤ ਦੇ ਸਰੀਰ? ਤੇ ਜਦ ਕਿ ਮੈਂ ਆਪਣੇ ਬਾਰੇ ਵੀ ਪੂਰਾ ਨਹੀਂ ਜਾਣਦੀ, ਆਪਣੇ ਆਪ ਦੀ ਥਾਂ ਵੀ ਪੂਰੀ ਤਰ੍ਹਾਂ ਨਹੀਂ ਪਾ ਸਕੀ, ਤਾਂ ਕਿਵੇਂ ਮੈਂ ਕਿਸੇ ਹੋਰ ਦੀ ਸਿਫਤ ਜਾਂ ਬਦਖੋਈ ਕਰਾਂ? ਤੁਸੀਂ ਨਾ ਤਾਂ ਪਰਮਾਤਮਾ ਹੋ, ਨਾ ਹੀ ਪੈਗੰਬਰ।
ਤੁਸੀਂ ਨਹੀਂ ਕਹਿ ਸਕਦੇ। ਤੁਸੀਂ ਕਿਸੇ ਨੂੰ ਇਸ ਰਾਹ 'ਤੇ ਪ੍ਰਵਾਨ ਜਾਂ ਰੱਦ ਨਹੀਂ ਸਕਦੇ। ਤੁਸੀਂ ਇਸ ਰਾਹ ਦੀ ਖਾਕ ਹੋ ਤੇ ਉਹੀ ਬਣ ਕੇ ਰਹੋ। ਇਹ ਹਾਂ ਨਾ ਬੰਦ ਕਰੋ, ਇਹ ਕੁਝ ਨਹੀਂ। ਤੁਸੀਂ ਖਾਕ ਹੋ ਸੋ ਖਾਕ ਦੀਆਂ ਬਾਤਾਂ ਪਾਓ। ਖਾਕ ਤੋਂ ਸ੍ਰੇਸ਼ਟ ਕੀ ਹੈ? ਪਰ ਯਾਦ ਰੱਖਿਓ ਸਦਾ, ਜਿਸ ਨੂੰ ਵੀ ਤੁਸੀਂ ਮਿਲਦੇ ਹੋ, ਪਵਿੱਤਰਤਾ ਤੇ ਨਿਰਮਲਤਾ ਤੋਂ